ਉਹਦੇ ਜੋ ਧਰਤੀ ਵੇਲ ਦਿੰਦੀ ਤੇ ਮੈਂ ਉੱਤੇ ਮੁੱਕ ਜਾਂਦੀ ਆ। ਮੈਂ ਪਰ ਫਿਰ ਵੀ ਹਿੰਮਤ ਨਹੀਂ ਹਾਰੀ। ਮੈਂ ਫਿਰ ਵੀ ਸਰਕਾਰੀ ਹਸਪਤਾਲ ਗੁਰਦਾਸਪੁਰ ਖੜਿਆ। ਉਹਨਾਂ ਨੇ ਟੀਕੇ ਟੂਕੇ 2 ਲਾਏ। ਫਿਰ ਉਹਨਾਂ ਨੇ ਉਹਨਾਂ ਦਾ ਹੱਥ ਪੱਲਾ ਮੈਂ ਜੋੜਿਆ। ਮੈਂ ਕਿਹਾ ਕਹਿੰਦੇ ਘਰ ਲੈ ਜਾਓ। ਮੈਂ ਕਿਹਾ ਮੈਂ ਘਰ ਨਹੀਂ ਖੜ ਸਕਦੀ। ਜੇ ਮੇਰੀ ਭੈਣ ਨੂੰ ਕੁਝ ਹੋ ਜੇ ਮੈਂ ਕਿਹਨੂੰ ਦੇਣਾ ਉੱਤੇ। ਮੈਂ ਕਿਹਾ ਮੇਰੀ ਭੈਣ ਜਿੱਦਾਂ ਹੁੰਦੀ ਇੱਦਾਂ ਹੀ ਕਰੋ। ਉਹਨਾਂ ਰੈਫਰ ਕੀਤਾ ਅੰਮ੍ਰਿਤਸਰ, ਕਹਿੰਦੇ ਰੈਫਰ ਕਰ ਸਕਦੇ। ਮੈਂ ਕਿਹਾ ਮੇਰੀ ਭੈਣ ਕਰ ਦਿਓ। कितने बच्चे ਇੱਕੋ ਹੀ ਗੁੜੀਆ 10 ਸਾਲ ਦੀ ਆ। कितनी देर बाद हुआ? 10 ਸਾਲ ਬਾਅਦ ਵਾਹਿਗੁਰੂ ਨੇ ਸੁਣੀ ਹੈਗੀ। ਪਰ ਇਹਨਾਂ ਦੀ ਲਾਪਰਵਾਹੀ ਦੇ ਕਰਕੇ ਡਾਕਟਰਾਂ ਦੀ ਅੱਜ ਅਸੀਂ ਹੱਥ ਧੋ ਬੈਠੇ ਅੱਗੋਂ ਵਾਸਤੇ ਵੀ। मैं 10 साल बाद वाहिगुरू ने सुनी ही तो बाद च ही मतलब कि कादियाँ जाके स्कैनिंग करवाई डॉक्टर सैलजा को। उन्होंने कहा कि कोई प्रैगनेंसी नहीं हैगी। उस तो बाद असीं क्लियर डॉक्टर को गए हैं। उन्होंने दवाई दी आ। वो दवाई खाने के नाल मेरी सेहत बिगड़ गई आ। बाद च फिर उहदे को गए हैं डॉक्टर क्लियर को। उन्होंने कहा था कि मतलब डैड हो चुकी है, तुसीं लै जाओ। तो मैं मतलब मेरी दीदी ने हिम्मत नहीं हारी, नाल वो लैके सरकारी सिविल हॉस्पिटल गए आ। उतों फिर मैनू अमृतसर लैके गए आ। लेकिन क्लियर डॉक्टर ने कहा मर चुकी, डैड हो गई, है संस्कार कर दो जाके। ਜਿੱਥੇ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ, ਉੱਥੇ ਹੀ ਕਈ ਵਾਰ ਡਾਕਟਰਾਂ ਦੀ ਲਾਪਰਵਾਹੀ ਕਾਰਨ ਲੋਕਾਂ ਨਾਲ ਕਈ ਵੱਡੇ ਹਾਦਸੇ ਵੀ ਵਾਪਰ ਜਾਂਦੇ ਨੇ। ਅਜਿਹੀ ਹੀ ਲਾਪਰਵਾਹੀ ਸਾਹਮਣੇ ਆਈ ਹੈ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਕੀੜੀ ਤੋਂ, ਜਿੱਥੇ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਇੱਕ ਮਹਿਲਾ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪੀੜਤ ਦਲਜੀਤ ਕੌਰ ਦੀ 10 ਸਾਲਾਂ ਬਾਅਦ ਇੱਕ ਬੇਟੀ ਮਗਰੋਂ ਗੋਦ ਭਰਨ ਜਾ ਰਹੀ ਸੀ, ਪਰ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੁਣ ਉਹ ਅੱਗੇ ਕਦੇ ਵੀ ਮਾਂ ਨਹੀਂ ਬਣ ਸਕਦੀ। ਫਿਲਹਾਲ ਬਟਾਲਾ ਦੇ ਐਸਐਮਓ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। मैं 10 साल बाद वाहिगुरू ने सुनी ही तो बाद च ही मतलब कि कादियाँ जाके स्कैनिंग करवाई डॉक्टर सैलजा को। उन्होंने कहा कि कोई प्रैगनेंसी नहीं हैगी। उस तो बाद असीं क्लियर डॉक्टर को गए हैं। उन्होंने दवाई दी आ। वो दवाई खाने के नाल मेरी सेहत बिगड़ गई आ। बाद च फिर उहदे को गए हैं डॉक्टर क्लियर को। उन्होंने कहा था कि मतलब डैड हो चुकी है, तुसीं लै जाओ। तो मैं मतलब मेरी दीदी ने हिम्मत नहीं हारी, नाल वो लैके सरकारी सिविल हॉस्पिटल गए आ। उतों फिर मैनू अमृतसर लैके गए आ। लेकिन क्लियर डॉक्टर ने कहा मर चुकी, डैड हो गई, है संस्कार कर दो जाके। तो उत्थे अमृतसर जाके फिर मेरी भैन नाल लैके गई आ। तो अमृतसर जाके उत्थे मेरा ट्रीटमेंट उन्होंने किया। फिर मेरी जान बचाई उन्होंने, नाले मेरे बच्चे नूं ते मैनू। ते मैनू इंसाफ चाहिदा वा। डॉक्टरां ने मैनू बहुत ज़्यादा धोखा कीता वा। जे उन्होंने पहला पता ही तो मैनू पहला दस देंदे। इसकी रिपोर्ट कित्थे कित्थे कीती तुसीं? यही सर मैं सिविल सर्जन गुरदासपुर भी की आ, बटाले भी की आ, चंडीगढ़ तक भी की आ। मैं कादियाँ पुलिस थाने भी गई हाँ सर, मेरी कोई सुनवाई नहीं हुई हैगी उत्थे। मैनू इंसाफ चाहिदा वा। ਉਹ ਵੇਲੇ ਦਾ ਟਾਈਮ ਤੇ ਅੱਜ ਵੀ ਮੇਰੀ ਅੱਖਾਂ ਦੇ ਸਾਹਮਣੇ ਉਸੇ ਤਰ੍ਹਾਂ ਹੁੰਦਾ। ਉਹਦੇ ਜੋ ਧਰਤੀ ਵੇਲ ਦਿੰਦੀ ਤੇ ਮੈਂ ਉੱਤੇ ਮੁੱਕ ਜਾਂਦੀ ਆ। ਮੈਂ ਪਰ ਫਿਰ ਵੀ ਹਿੰਮਤ ਨਹੀਂ ਹਾਰੀ। ਮੈਂ ਫਿਰ ਵੀ ਸਰਕਾਰੀ ਹਸਪਤਾਲ ਗੁਰਦਾਸਪੁਰ ਖੜਿਆ। ਉਹਨਾਂ ਨੇ ਟੀਕੇ ਟੂਕੇ 2 ਲਾਏ। ਫਿਰ ਉਹਨਾਂ ਨੇ ਉਹਨਾਂ ਦਾ ਹੱਥ ਪੱਲਾ ਮੈਂ ਜੋੜਿਆ। ਮੈਂ ਕਿਹਾ ਕਹਿੰਦੇ ਘਰ ਲੈ ਜਾਓ। ਮੈਂ ਕਿਹਾ ਮੈਂ ਘਰ ਨਹੀਂ ਖੜ ਸਕਦੀ। ਜੇ ਮੇਰੀ ਭੈਣ ਨੂੰ ਕੁਝ ਹੋ ਜੇ ਮੈਂ ਕਿਹਨੂੰ ਦੇਣਾ ਉੱਤੇ। ਮੈਂ ਕਿਹਾ ਮੇਰੀ ਭੈਣ ਜਿੱਦਾਂ ਹੁੰਦੀ ਇੱਦਾਂ ਹੀ ਕਰੋ। ਉਹਨਾਂ ਰੈਫਰ ਕੀਤਾ ਅੰਮ੍ਰਿਤਸਰ, ਕਹਿੰਦੇ ਰੈਫਰ ਕਰ ਸਕਦੇ। ਮੈਂ ਕਿਹਾ ਮੇਰੀ ਭੈਣ ਕਰ ਦਿਓ। ਉਹਨਾਂ ਰੈਫਰ ਕਰਕੇ ਸਾਨੂੰ ਐਂਬੂਲੈਂਸ ਦੇ ਦਿੱਤੀ। ਅਸੀਂ ਰਾਤ 1:30 ਵਜੇ ਉੱਥੇ ਪਹੁੰਚੇ। ਗਾੜੀ ਉਹਨਾਂ ਦੀ ਮਿਹਰਬਾਨੀ, ਵਾਹਿਗੁਰੂ ਨੇ ਮਿਹਰ ਕੀਤੀ। ਮੇਰੀ ਭੈਣ ਦਾ ਵੱਡਾ ਆਪਰੇਟ ਹੋਇਆ ਤੇ ਬੱਚਾ ਵੀ ਨਹੀਂ ਰਿਹਾ। ਮੇਰੀ ਭੈਣ ਦੀ ਅੱਗੋਂ ਜੜ ਬੁਨਿਆਦ ਵੀ ਖਤਮ ਹੋ ਗਈ ਹੈ ਸੈਲਜ਼ਾ ਦੀ ਬੇਪਰਵਾਹੀ ਦੇ ਕਰਕੇ। कितने बच्चे वड्डी भैन दे? ਇੱਕੋ ਹੀ ਗੁੜੀਆ 10 ਸਾਲ ਦੀ ਆ। कितनी देर बाद हुआ? 10 ਸਾਲ ਬਾਅਦ ਵਾਹਿਗੁਰੂ ਨੇ ਸੁਣੀ ਹੈਗੀ। ਪਰ ਇਹਨਾਂ ਦੀ ਲਾਪਰਵਾਹੀ ਦੇ ਕਰਕੇ ਡਾਕਟਰਾਂ ਦੀ ਅੱਜ ਅਸੀਂ ਹੱਥ ਧੋ ਬੈਠੇ ਅੱਗੋਂ ਵਾਸਤੇ ਵੀ। की मंग करते ऐसे डॉक्टर ते ਅਸੀਂ ਇਹੀ ਮੰਗ ਕਰਦੇ ਹਾਂ ਕਿ ਡਾਕਟਰ 'ਤੇ ਜ਼ਰੂਰ ਐਕਸ਼ਨ ਲਿਆ ਜਾਵੇ। ਅਸੀਂ ਕਾਦੀਆਂ ਤੱਕ ਵੀ ਪਹੁੰਚੇ ਹਾਂ, ਬਟਾਲੇ ਤੱਕ ਵੀ ਪਹੁੰਚੇ ਹਾਂ, ਚੰਡੀਗੜ੍ਹ ਤੱਕ ਵੀ ਪਹੁੰਚੇ। ਅਜੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। 3-4 ਮਹੀਨੇ ਹੋ ਚੱਲੇ ਇਹ ਗੱਲ ਨੂੰ। देखो जी, साढ़े पति जन्नू है, इन्हों की एक बेटी है। तो 10 साल बाद इन्हों की चलो महाराज ने सुनी है। तो डॉक्टरों के वस पे जो जलादा के उन्होंने मतलब डैड बॉडी दस के शो किया। तो
ਜਿਨ੍ਹਾਂ ਨੇ ਸਕੈਨ ਵੀ ਹੋਈ ਹੈ, ਜੋ ਵੀ ਕੀਤਾ ਇਹਨਾਂ ਨੇ, ਬਹੁਤ ਹੀ ਸਾਡੇ ਨਾਲ ਪਰਿਵਾਰ ਦੇ ਨਾਲ ਧੱਕਾ ਹੋਇਆ। ਗਰੀਬ ਪਰਿਵਾਰ ਵਾ, ਇਹਨਾਂ ਦੇ ਇੱਕੋ ਇੱਕ ਬੇਟੀ ਆ, ਇਹੋ ਹੀ ਇਹਨਾਂ ਦੀ ਆਸ ਸੀ। ਇਹਨਾਂ ਨੇ ਆਪਣੇ ਪੁਲਿਸ ਪ੍ਰਸ਼ਾਸਨ ਨੂੰ, ਸਿਵਲ ਪ੍ਰਸ਼ਾਸਨ ਨੂੰ, ਸਾਰਿਆਂ ਅੱਗੇ ਆਪਣੀ ਰਿਕੁਐਸਟ ਬੇਨਤੀਆਂ ਕੀਤੀਆਂ। ਚੰਡੀਗੜ੍ਹ ਤੱਕ ਵੀ ਕੀਤੀਆਂ, ਗੁਰਦਾਸਪੁਰ ਵੀ ਕੀਤੀ, ਸਿਵਲ ਸਰਜਨ ਨੂੰ, ਕਾਦੀਆਂ SHO ਨੂੰ। ਇਹਨਾਂ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਗਰੀਬ ਪਰਿਵਾਰ ਦੀ 4 ਮਹੀਨੇ ਤੋਂ ਕੰਮ ਡਿਲੇ ਚੱਲ ਰਿਹਾ। ਸੋ ਅਸੀਂ ਕਹਿੰਦੇ ਹਾਂ ਵੀ ਕਿਹਾਂ ਵੀ ਕਿਸੇ ਨਾਲ ਪਰਿਵਾਰ ਨਾਲ ਧੱਕਾ ਨਾ ਹੋ ਜਾਏ। ਇਹਨਾਂ ਦੇ ਉੱਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀ ਸਖਤ ਤੋਂ ਸਖਤ ਕੀਤੀ ਜਾਵੇ, ਤਾਂ ਕਿ ਇਹਨਾਂ ਨੂੰ ਗਰੀਬ ਪਰਿਵਾਰ ਨੂੰ ਇਨਸਾਫ ਮਿਲ ਸਕੇ। ਹਾਂਜੀ, ਸਾਨੂੰ ਸਿਵਲ ਸਰਜਨ ਸਾਹਿਬ ਵੱਲੋਂ ਇੱਕ ਕੰਪਲੇਂਟ ਆਈ ਹੈ, ਜਿਹੜੀ ਦਲਜੀਤ ਕੌਰ ਨੇ ਪਾਈ ਹੈ। ਉਹਦੇ ਬਾਰੇ ਅਸੀਂ ਆਪਣਾ ਇਨਕੁਆਇਰੀ ਵਾਸਤੇ ਇੱਕ ਕਮੇਟੀ ਬਿਠਾਈ ਆ ਤੇ ਇਨਕੁਆਇਰੀ ਚੱਲ ਰਹੀ ਹੈ। ਕਿਹਦੇ ਬੰਦੇ ਦੇ ਖਿਲਾਫ ਆਈ ਹੈ ਜੀ? ਇਹ 2 ਡਾਕਟਰਾਂ ਦੇ ਨਾਲ ਵਿੱਚ ਆਏ ਆ, ਜਿਹੜਾ ਇੱਕ ਸ਼ੈਲਜਾ ਹੈ, ਇੱਕ ਰਮਿੰਦਰ ਸੰਧੂ, ਜੋ ਲਿਖਿਆ ਇਹਨਾਂ 'ਤੇ। ਤੇ ਇਹਨਾਂ ਬਾਰੇ ਅਸੀਂ ਕਮੇਟੀ ਬਿਠਾਈ ਆ ਤੇ ਇਨਕੁਆਇਰੀ ਚੱਲ ਰਹੀ ਹੈ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ। ਉਹਦੇ ਜੇ ਧਰਤੀ ਵੇਲ ਦਿੰਦੀ ਤੇ ਮੈਂ ਉੱਤੇ ਮੁੱਕ ਜਾਂਦੀ ਆ। ਮੈਂ ਪਰ ਫਿਰ ਵੀ ਹਿੰਮਤ ਨਹੀਂ ਹਾਰੀ। ਮੈਂ ਫਿਰ ਵੀ ਸਰਕਾਰੀ ਹਸਪਤਾਲ ਗੁਰਦਾਸਪੁਰ ਖੜਿਆ। ਉਹਨਾਂ ਨੇ ਟੀਕੇ ਟੂਕੇ 2 ਲਾਏ। ਫਿਰ ਉਹਨਾਂ ਦਾ ਹੱਥ ਪੱਲਾ ਮੈਂ ਜੋੜਿਆ। ਮੈਂ ਕਿਹਾ, ਕਹਿੰਦੇ ਘਰ ਲੈ ਜਾਓ। ਮੈਂ ਕਿਹਾ ਮੈਂ ਘਰ ਨਹੀਂ ਖੜ ਸਕਦੀ। ਜੇ ਮੇਰੀ ਭੈਣ ਨੂੰ ਕੁਝ ਹੋ ਜੇ ਮੈਂ ਕਿਹਨੂੰ ਦੇਣਾ ਉੱਤੇ। ਮੈਂ ਕਿਹਾ ਮੇਰੀ ਭੈਣ ਜਿੱਦਾਂ ਹੁੰਦੀ ਇੱਦਾਂ ਹੀ ਕਰੋ। ਉਹਨਾਂ ਰੈਫਰ ਕੀਤਾ ਅੰਮ੍ਰਿਤਸਰ, ਕਹਿੰਦੇ ਰੈਫਰ ਕਰ ਸਕਦੇ। ਮੈਂ ਕਿਹਾ ਮੇਰੀ ਭੈਣ ਕਰ ਦਿਓ। ਕਿੰਨੇ ਬੱਚੇ ਤੁਹਾਡੀ ਭੈਣ ਦੇ? ਇੱਕੋ ਹੀ ਗੁੜੀਆ 10 ਸਾਲ ਦੀ ਆ। ਇਹ ਕਿੰਨੀ ਚਿਰ ਬਾਅਦ ਹੋਇਆ? 10 ਸਾਲ ਬਾਅਦ ਵਾਹਿਗੁਰੂ ਨੇ ਸੁਣੀ ਹੈਗੀ, ਪਰ ਇਹਨਾਂ ਦੀ ਲਾਪਰਵਾਹੀ ਦੇ ਕਰਕੇ ਡਾਕਟਰਾਂ ਦੀ ਅੱਜ ਅਸੀਂ ਹੱਥ ਧੋ ਬੈਠੇ ਅੱਗੋਂ ਵਾਸਤੇ ਵੀ। ਮੈਂ 10 ਸਾਲ ਬਾਅਦ ਵਾਹਿਗੁਰੂ ਨੇ ਸੁਣੀ ਸੀ ਤੇ ਬਾਅਦ 'ਚ ਅਸੀਂ ਮਤਲਬ ਕਿ ਕਾਦੀਆਂ ਜਾ ਕੇ ਸਕੈਨਿੰਗ ਕਰਵਾਈ ਡਾਕਟਰ ਸੈਲਜਾ ਕੋ। ਉਹਨਾਂ ਨੇ ਕਿਹਾ ਕਿ ਕੋਈ ਪ੍ਰੈਗਨੈਂਸੀ ਨਹੀਂ ਹੈਗੀ। ਉਸ ਤੋਂ ਬਾਅਦ ਅਸੀਂ ਕਲੀਅਰ ਡਾਕਟਰ ਕੋਲ ਗਏ ਆ। ਉਹਨਾਂ ਨੇ ਦਵਾਈ ਦਿੱਤੀ ਆ। ਉਹ ਦਵਾਈ ਖਾਣ ਦੇ ਨਾਲ ਮੇਰੀ ਸਿਹਤ ਵਿਗੜ ਗਈ ਆ। ਬਾਅਦ 'ਚ ਫਿਰ ਉਹਦੇ ਕੋਲ ਗਏ ਆ ਡਾਕਟਰ ਕਲੀਅਰ ਕੋ। ਉਹਨਾਂ ਨੇ ਕਹਿ ਤਾ ਕਿ ਮਤਲਬ ਡੈਡ ਹੋ ਚੁੱਕੀ, ਇਹਨੂੰ ਤੁਸੀਂ ਲੈ ਜਾਓ। ਅਤੇ ਮੈਂ ਮਤਲਬ ਮੇਰੀ ਦੀਦੀ ਨੇ ਹਿੰਮਤ ਨਹੀਂ ਹਾਰੀ, ਨਾਲ ਉਹ ਲੈ ਕੇ ਸਰਕਾਰੀ ਸਿਵਲ ਹਸਪੀਟਲ ਗਏ ਆ। ਉੱਥੋਂ ਫਿਰ ਮੈਨੂੰ ਅੰਮ੍ਰਿਤਸਰ ਲੈ ਕੇ ਗਏ ਆ। ਲੇਕਿਨ ਕਲੀਅਰ ਡਾਕਟਰ ਨੇ ਕਿਹਾ ਮਰ ਚੁੱਕੀ, ਡੈਡ ਹੋ ਗਈ, ਇਹਦਾ ਸੰਸਕਾਰ ਕਰ ਦਿਓ ਜਾ ਕੇ। ਜਿੱਥੇ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ, ਉੱਥੇ ਹੀ ਕਈ ਵਾਰ ਡਾਕਟਰਾਂ ਦੀ ਲਾਪਰਵਾਹੀ ਕਾਰਨ ਲੋਕਾਂ ਨਾਲ ਕਈ ਵੱਡੇ ਹਾਦਸੇ ਵੀ ਵਾਪਰ ਜਾਂਦੇ ਨੇ। ਅਜਿਹੀ ਲਾਪਰਵਾਹੀ ਸਾਹਮਣੇ ਆਈ ਹੈ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਕੀੜੀ ਤੋਂ, ਜਿੱਥੇ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਇੱਕ ਮਹਿਲਾ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪੀੜਤ ਦਲਜੀਤ ਕੌਰ ਦੀ 10 ਸਾਲਾਂ ਬਾਅਦ ਇੱਕ ਬੇਟੀ ਮਗਰੋਂ ਗੋਦ ਭਰਨ ਜਾ ਰਹੀ ਸੀ, ਪਰ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੁਣ ਉਹ ਅੱਗੇ ਕਦੇ ਵੀ ਮਾਂ ਨਹੀਂ ਬਣ ਸਕਦੀ। ਫਿਲਹਾਲ ਬਟਾਲਾ ਦੇ SMO ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੈਂ 10 ਸਾਲ ਬਾਅਦ ਵਾਹਿਗੁਰੂ ਨੇ ਸੁਣੀ ਸੀ ਤੇ ਬਾਅਦ 'ਚ ਅਸੀਂ ਮਤਲਬ ਕਿ ਕਾਦੀਆਂ ਜਾ ਕੇ ਸਕੈਨਿੰਗ ਕਰਵਾਈ ਡਾਕਟਰ ਸੈਲਜਾ ਕੋ। ਉਹਨਾਂ ਨੇ ਕਿਹਾ ਕਿ ਕੋਈ ਪ੍ਰੈਗਨੈਂਸੀ ਨਹੀਂ ਹੈਗੀ। ਉਸ ਤੋਂ ਬਾਅਦ ਅਸੀਂ ਕਲੀਅਰ ਡਾਕਟਰ ਕੋਲ ਗਏ ਆ। ਉਹਨਾਂ ਨੇ ਦਵਾਈ ਦਿੱਤੀ ਆ। ਉਹ ਦਵਾਈ ਖਾਣ ਦੇ ਨਾਲ ਮੇਰੀ ਸਿਹਤ ਵਿਗੜ ਗਈ ਆ। ਬਾਅਦ 'ਚ ਫਿਰ ਉਹਦੇ ਕੋਲ ਗਏ ਆ ਡਾਕਟਰ ਕਲੀਅਰ ਕੋ। ਉਹਨਾਂ ਨੇ ਕਹਿ ਤਾ ਕਿ ਮਤਲਬ ਡੈਡ ਹੋ ਚੁੱਕੀ, ਇਹਨੂੰ ਤੁਸੀਂ ਲੈ ਜਾਓ। ਅਤੇ ਮੈਂ ਮਤਲਬ ਮੇਰੀ ਦੀਦੀ ਨੇ ਹਿੰਮਤ ਨਹੀਂ ਹਾਰੀ, ਨਾਲ ਉਹ ਲੈ ਕੇ ਸਰਕਾਰੀ ਸਿਵਲ ਹਸਪੀਟਲ ਗਏ ਆ। ਉੱਥੋਂ ਫਿਰ ਮੈਨੂੰ ਅੰਮ੍ਰਿਤਸਰ ਲੈ ਕੇ ਗਏ ਆ। ਲੇਕਿਨ ਕਲੀਅਰ ਡਾਕਟਰ ਨੇ ਕਿਹਾ ਮਰ ਚੁੱਕੀ, ਡੈਡ ਹੋ ਗਈ, ਇਹਦਾ ਸੰਸਕਾਰ ਕਰ ਦਿਓ ਜਾ ਕੇ। ਅਤੇ ਉੱਥੇ ਅੰਮ੍ਰਿਤਸਰ ਜਾ ਕੇ ਫਿਰ ਮੇਰੀ ਭੈਣ ਨਾਲ ਲੈ ਕੇ ਗਈ ਆ। ਅਤੇ ਅੰਮ੍ਰਿਤਸਰ ਜਾ ਕੇ ਉੱਥੇ ਮੇਰਾ ਟਰੀਟਮੈਂਟ ਉਹਨਾਂ ਕੀਤਾ। ਫਿਰ ਮੇਰੀ ਜਾਨ ਬਚਾਈ ਉਹਨਾਂ ਨੇ, ਨਾਲੇ ਮੇਰੇ ਬੱਚੇ ਨੂੰ ਅਤੇ ਮੈਨੂੰ। ਅਤੇ ਮੈਨੂੰ ਇਨਸਾਫ ਚਾਹੀਦਾ ਵਾ। ਡਾਕਟਰਾਂ ਨੇ ਮੈਨੂੰ ਬਹੁਤ ਜ਼ਿਆਦਾ ਧੋਖਾ ਕੀਤਾ ਵਾ। ਜੇ ਉਹਨਾਂ ਨੂੰ ਪਹਿਲਾਂ ਪਤਾ ਸੀ ਤਾਂ ਮੈਨੂੰ ਪਹਿਲਾਂ ਦੱਸ ਦਿੰਦੇ। ਇਹਦੀ ਰਿਪੋਰਟ ਕਿੱਥੇ ਕੀਤੀ ਤੁਸੀਂ? ਇਹਦੀ ਸਰ ਮੈਂ ਸਿਵਲ ਸਰਜਨ ਗੁਰਦਾਸਪੁਰ ਵੀ ਕੀਤੀ ਆ, ਬਟਾਲੇ ਵੀ ਕੀਤੀ ਆ, ਚੰਡੀਗੜ੍ਹ ਤੱਕ ਵੀ ਕੀਤੀ ਆ। ਮੈਂ ਕਾਦੀਆਂ ਪੁਲਿਸ ਥਾਣੇ ਵੀ ਗਈ ਹਾਂ ਸਰ, ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਇੱਥੇ। ਮੈਨੂੰ ਇਨਸਾਫ ਚਾਹੀਦਾ ਵਾ। ਉਹ ਵੇਲੇ ਦਾ ਟਾਈਮ ਤੇ ਅੱਜ ਵੀ ਮੇਰੀ ਅੱਖਾਂ ਦੇ ਸਾਹਮਣੇ ਉਸੇ ਤਰ੍ਹਾਂ ਹੁੰਦਾ। ਉਹਦੇ ਜੇ ਧਰਤੀ ਵੇਲ ਦਿੰਦੀ ਤੇ ਮੈਂ ਉੱਤੇ ਮੁੱਕ ਜਾਂਦੀ ਆ। ਮੈਂ ਪਰ ਫਿਰ ਵੀ ਹਿੰਮਤ ਨਹੀਂ ਹਾਰੀ। ਮੈਂ ਫਿਰ ਵੀ ਸਰਕਾਰੀ ਹਸਪਤਾਲ ਗੁਰਦਾਸਪੁਰ ਖੜਿਆ। ਉਹਨਾਂ ਨੇ ਟੀਕੇ ਟੂਕੇ 2 ਲਾਏ। ਫਿਰ ਉਹਨਾਂ ਦਾ ਹੱਥ ਪੱਲਾ ਮੈਂ ਜੋੜਿਆ। ਮੈਂ ਕਿਹਾ, ਕਹਿੰਦੇ ਘਰ ਲੈ ਜਾਓ। ਮੈਂ ਕਿਹਾ ਮੈਂ ਘਰ ਨਹੀਂ ਖੜ ਸਕਦੀ। ਜੇ ਮੇਰੀ ਭੈਣ ਨੂੰ ਕੁਝ ਹੋ ਜੇ
ਮੈਂ ਕਿਹਨੂੰ ਦੇਣਾ ਉਹ ਤੇ ਮੈਂ ਕਿਹਾ ਮੇਰੀ ਭੈਣ ਜਿੱਦਾਂ ਹੁੰਦੀ ਇੱਦਾਂ ਹੀ ਕਰੋ। ਉਹਨਾਂ ਰਾਈਫਰ ਕੀਤਾ ਅੰਮ੍ਰਿਤਸਰ, ਕਹਿੰਦੇ ਰੈਫਰ ਕਰ ਸਕਦੇ। ਮੈਂ ਕਿਹਾ ਮੇਰੀ ਭੈਣ ਕਰ ਦਿਓ। ਉਹਨਾਂ ਰਾਈਫਰ ਕਰਕੇ ਸਾਨੂੰ ਐਂਬੂਲੈਂਸ ਦੇ ਦਿੱਤੀ। ਅਸੀਂ ਰਾਤ 1:30 ਵਜੇ ਉੱਥੇ ਪਹੁੰਚੇ। ਗਾੜੀ ਉਹਨਾਂ ਦੀ ਮਿਹਰਬਾਨੀ, ਵਾਹਿਗੁਰੂ ਨੇ ਮਿਹਰ ਕੀਤੀ। ਮੇਰੀ ਭੈਣ ਦਾ ਵੱਡਾ ਆਪਰੇਟ ਹੋਇਆ ਤੇ ਬੱਚਾ ਵੀ ਨਹੀਂ ਰਿਹਾ। ਮੇਰੀ ਭੈਣ ਦੀ ਅੱਗੋਂ ਜੜ ਬੁਨਿਆਦ ਵੀ ਖਤਮ ਹੋ ਗਈ ਹੈ ਸਾਹਿਬਜ਼ਾਦੀ ਦੀ ਬੇਪਰਵਾਹੀ ਦੇ ਕਰਕੇ। ਕਿੰਨੇ ਬੱਚੇ ਹੈ ਵੱਡੀ ਭੈਣ ਦੇ? ਇੱਕੋ ਹੀ ਗੁੜੀਆ 10 ਸਾਲ ਦੀ ਆ। ਇਹ ਕਿੰਨੇ ਚਿਰ ਬਾਅਦ ਹੋਇਆ? 10 ਸਾਲ ਬਾਅਦ ਵਾਹਿਗੁਰੂ ਨੇ ਸੁਣੀ ਹੈਗੀ, ਪਰ ਇਹਨਾਂ ਦੀ ਲਾਪਰਵਾਹੀ ਦੇ ਕਰਕੇ ਡਾਕਟਰਾਂ ਦੀ ਅੱਜ ਅਸੀਂ ਹੱਥ ਧੋ ਬੈਠੇ ਅੱਗੋਂ ਵਾਸਤੇ ਵੀ। ਕੀ ਮੰਗ ਕਰਦੇ ਆ ਡਾਕਟਰ ਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਡਾਕਟਰ 'ਤੇ ਜ਼ਰੂਰ ਐਕਸ਼ਨ ਲਿਆ ਜਾਵੇ। ਅਸੀਂ ਕਾਦੀਆਂ ਤੱਕ ਵੀ ਪਹੁੰਚੇ ਆ, ਬਟਾਲੇ ਤੱਕ ਵੀ ਪਹੁੰਚੇ ਆ, ਚੰਡੀਗੜ੍ਹ ਤੱਕ ਵੀ ਪਹੁੰਚੇ, ਅਜੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। 3-4 ਮਹੀਨੇ ਹੋ ਚੱਲੇ ਇਹ ਗੱਲ ਨੂੰ। ਦੇਖੋ ਜੀ, ਸਾਡੇ ਭਤੀਜੇ ਨੂੰ ਆ, ਇਹਨਾਂ ਦੀ ਇੱਕ ਬੇਟੀ ਹੈ ਤੇ 10 ਸਾਲ ਬਾਅਦ ਇਹਨਾਂ ਦੀ ਚਲੋ ਮਹਾਰਾਜ ਨੇ ਸੁਣੀ ਆ ਤੇ ਡਾਕਟਰਾਂ ਦੇ ਵੱਸ ਪਏ ਜਦੋਂ ਜਲਾਦਾਂ ਦੇ, ਉਹਨਾਂ ਨੇ ਮਤਲਬ ਡੈੱਡ ਬੋਡੀ ਦੱਸ ਕੇ ਸ਼ੋਅ ਕੀਤਾ ਤੇ ਜਿਨ੍ਹਾਂ ਨੇ ਸਕੈਨ ਵੀ ਹੋਈ ਹੈ, ਜੋ ਵੀ ਕੀਤਾ ਇਹਨਾਂ ਨੇ। ਬਹੁਤ ਹੀ ਸਾਡੇ ਨਾਲ ਪਰਿਵਾਰ ਦੇ ਨਾਲ ਧੱਕਾ ਹੋਇਆ। ਗਰੀਬ ਪਰਿਵਾਰ ਵਾ, ਇਹਨਾਂ ਦੇ ਇੱਕੋ ਇੱਕ ਬੇਟੀ ਆ। ਇਹੋ ਹੀ ਇਹਨਾਂ ਦੀ ਆਸ ਸੀ। ਇਹਨਾਂ ਨੇ ਆਪਣੇ ਪੁਲਿਸ ਪ੍ਰਸ਼ਾਸਨ ਨੂੰ, ਸਿਵਲ ਪ੍ਰਸ਼ਾਸਨ ਨੂੰ, ਸਾਰਿਆਂ ਅੱਗੇ ਆਪਣੀ ਰਿਕੁਐਸਟ ਬੇਨਤੀਆਂ ਕੀਤੀਆਂ। ਚੰਡੀਗੜ੍ਹ ਤੱਕ ਵੀ ਕੀਤੀਆਂ, ਗੁਰਦਾਸਪੁਰ ਵੀ ਕੀਤੀ, ਸਿਵਲ ਸਰਜਨ ਨੂੰ, ਕਾਦੀਆਂ SHO ਨੂੰ। ਇਹਨਾਂ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਗਰੀਬ ਪਰਿਵਾਰ ਦੀ 4 ਮਹੀਨੇ ਤੋਂ ਕੰਮ ਡਿਲੇ ਚੱਲ ਰਿਹਾ। ਸੋ ਅਸੀਂ ਕਹਿੰਦੇ ਹਾਂ ਵੀ ਕਿਹਾਂ ਵੀ ਕਿਸੇ ਨਾਲ ਪਰਿਵਾਰ ਨਾਲ ਧੱਕਾ ਨਾ ਹੋ ਜਾਏ। ਇਹਨਾਂ ਦੇ ਉੱਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀ ਸਖਤ ਤੋਂ ਸਖਤ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਗਰੀਬ ਪਰਿਵਾਰ ਨੂੰ ਇਨਸਾਫ ਮਿਲ ਸਕੇ। ਹਾਂਜੀ, ਸਾਨੂੰ ਸਿਵਲ ਸਰਜਨ ਸਾਹਿਬ ਵੱਲੋਂ ਇੱਕ ਕੰਪਲੇਂਟ ਆਈ ਹੈ ਜਿਹੜੀ ਦਲਜੀਤ ਕੌਰ ਨੇ ਪਾਈ ਆ। ਉਹਦੇ ਬਾਰੇ ਅਸੀਂ ਆਪਣਾ ਇਨਕੁਆਇਰੀ ਵਾਸਤੇ ਇੱਕ ਕਮੇਟੀ ਬਿਠਾਈ ਆ ਤੇ ਇਨਕੁਆਇਰੀ ਚੱਲ ਰਹੀ ਹੈ। ਕਿਹਦੇ ਬੰਦੇ ਖਿਲਾਫ ਆਈ ਹੈ ਜੀ? ਇਹ 2 ਡਾਕਟਰਾਂ ਦੇ ਨਾਲ ਵਿੱਚ ਆਏ ਆ, ਜਿਹੜਾ ਇੱਕ ਸ਼ੈਲਜਾ, ਇੱਕ ਰਮਿੰਦਰ ਸੰਧੂ ਜੋ ਲਿਖਿਆ ਇਹਨਾਂ 'ਤੇ। ਇਹਨਾਂ ਬਾਰੇ ਅਸੀਂ ਕਮੇਟੀ ਬਿਠਾਈ ਆ ਤੇ ਇਨਕੁਆਇਰੀ ਚੱਲ ਰਹੀ ਹੈ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ।